ਮਾਰਕੰਡਾ ਰਿਖੀ ਜੀ ਜਿਨ੍ਹਾਂ ਦੀ ਬਹੁਤ ਵੱਡੀ ਅਰਬਲਾ ਹੋਈ ਹੈ। ਇਸ ਕੁੰਜ ਰਿਖੀ ਜੀ ਦੇ ਸੁਪੁੱਤਰ ਸਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਬ੍ਰਹਮ ਗਿਆਨੀ, ਤਤ ਗਿਆਨੀ, ਤਤ ਵੇਤਾ, ਬ੍ਰਹਮ ਵੇਤਾ ਜੋ ਪੁਰਸ਼ ਹੁੰਦਾ ਉਹਦਾ ਨਾਮ ਲੈਣ ਦੇ ਨਾਲ ਹੀ ਆਤਮਾ ਪਵਿੱਤਰ ਹੋ ਜਾਇਆ ਕਰਦੀ ਹੈ। ਮਾਰਕੰਡਾ ਰਿਖੀ ਜੀ ਸੁਕੁੰਜ ਰਿਖੀ ਜੀ ਦੇ ਸੁਪੁੱਤਰ ਸਨ। ਸੁਕੁੰਜ ਰਿਖੀ ਜੀ ਦੇ ਗ੍ਰਹਿ ਵਿਖੇ ਪਹਿਲੇ ਔਲਾਦ ਨਹੀਂ ਸੀ। ਪੁੱਤਰ ਪ੍ਰਾਪਤੀ ਦੇ ਵਾਸਤੇ ਬੜੇ ਯਤਨ ਕੀਤੇ, ਪਰ ਸਾਧ ਸੰਗਤ ਘਰ ਦੇ ਵਿੱਚ ਪੁੱਤਰ ਨਾ ਹੋਣ ਕਰਕੇ ਮਨ ਦੁਖੀ ਰਿਹਾ ਕਰੇ। ਜਿਵੇਂ ਫਰਮਾਨ ਆਉਂਦੇ ਹਨ, ਔਰਤ ਈਮਾਨ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਕਰਨੀ ਪ੍ਰਦਾਨ, ਕਿਆ ਹਿੰਦੂ ਕਿਆ ਮੁਸਲਮਾਨ। ਕਿਆ ਹਿੰਦੂ ਕਿਆ ਮੁਸਲਮਾਨ ਸਾਰਿਆਂ ਨੂੰ, ਗ੍ਰਸਤੀਆਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੋਇਆ ਕਰਦੀ ਹੈ। ਯਾਨੀ ਪੁੱਤਰ ਘਰ ਦੇ ਵਿੱਚ ਹੋਵੇ ਤਾਂ ਸੰਸਾਰ ਦੇ ਨਾਲ ਗੰਢ ਪੈਂਦੀ ਹੈ, ਗੱਠ ਜੋੜ ਹੁੰਦਾ ਹੈ। ਪੁੱਤਰ ਨਾ ਹੋਵੇ ਤੇ ਸਾਧ ਸੰਗਤ ਸ਼ਾਸਤਰ ਵੀ ਆਖਦੇ ਹਨ ਕਿ ਗ੍ਰਸਤੀ ਦੇ ਘਰ ਔਲਾਦ ਨਹੀਂ, ਪੁੱਤਰ ਨਹੀਂ ਤਾਂ ਉਹਦੀ ਗਤੀ ਨਹੀਂ ਹੋਇਆ ਕਰਦੀ। ਕਿਉਂਕਿ ਉਹਨੂੰ ਪਿੰਡ ਦਾਨ ਕਰਨ ਵਾਲਾ ਫਿਰ ਪਿੱਛੇ ਕੋਈ ਨਹੀਂ ਹੁੰਦਾ, ਇਸ ਕਰਕੇ ਉਹਦੀ ਗਤੀ ਨਹੀਂ ਹੋਇਆ ਕਰਦੀ। ਜਿਸ ਵਕਤ ਪੰਡੂ ਰਾਜਾ ਜੀ ਦੇਵਤਿਆਂ ਦੇ ਨਾਲ ਸਵਰਗ ਨੂੰ ਚੱਲੇ ਸਨ ਤਾਂ ਦੇਵਤਿਆਂ ਨੇ ਇਨਕਾਰ ਕਰ ਦਿੱਤਾ ਸੀ। ਉਸ ਵਕਤ ਪੰਡੂ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਸਾਧ ਸੰਗਤ ਦੇਵਤਿਆਂ ਨੇ ਇਨਕਾਰ ਕੀਤਾ ਕਿ ਆਪ ਸੁਰਗ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਆਪ ਦੇ ਘਰ ਪੁੱਤਰ ਕੋਈ ਨਹੀਂ ਹੈ। ਤੇ ਸਾਧ ਸੰਗਤ ਫਿਰ ਉਦਾਸ ਹੋ ਕੇ ਆਇਆ। ਯਾਨੀ ਕਹਿਣ ਤੋਂ ਭਾਵ ਅਰਥ ਕਿ ਪੁੱਤਰ ਦੇ ਨਾਲ ਸੰਸਾਰ ਦੇ ਵਿੱਚ ਗੱਠ ਜੋੜ ਹੁੰਦਾ ਹੈ। ਜੋ ਪੁੱਤਰ ਪਿਤਾ ਦੇ ਨਾਮਤ ਪਿੰਡ ਦਾਨ ਕਰਦਾ ਹੈ ਉਹ ਪਿਤਾ ਨੂੰ ਮਿਲਦਾ, ਪਿਤਰਾਂ ਨੂੰ ਮਿਲਦਾ ਹੈ। ਪਰ ਪੁੱਤਰ ਨਾ ਹੋਵੇ ਤਾਂ ਸਾਧ ਸੰਗਤ ਪਿੰਡ ਦਾਨ ਕੌਣ ਕਰੇਗਾ। ਧੀਆਂ ਭਾਵੇਂ ਹੋਣ, ਪੁੱਤਰ ਤੋਂ ਬਿਨਾਂ ਗਤੀ ਨਹੀਂ ਹੋਇਆ ਕਰਦੀ। ਇਸ ਲਈ ਉਸ ਕੁੰਜ ਰਿਖੀ ਜੀ ਨੇ ਪੁੱਤਰ ਪ੍ਰਾਪਤੀ ਦੇ ਲਈ ਕੀ ਕੀਤਾ, ਦੇਵਤਿਆਂ ਦੇ ਨਾਮ ਦੇ ਬੜੇ ਜਪ ਤਪ ਦਾਨ ਪੁੰਨ ਕੀਤੇ। ਆਖਰਕਾਰ ਦੇਵਤਿਆਂ ਨੇ ਪ੍ਰਸੰਨ ਹੋ ਕੇ ਆਖਿਆ ਕਿ ਹੇ ਰਿਖੀਸ਼ਵਰ, ਆਪ ਦੇ ਗ੍ਰਹਿ ਵਿਖੇ ਜੋ ਆਪ ਜੀ ਨੇ ਤਪ ਦਾਨ ਪੁੰਨ ਕੀਤੇ ਹਨ ਇਹਦਾ ਸਦਕਾ, ਸ਼ੁਭ ਕਰਮਾਂ ਦਾ ਸਦਕਾ ਆਪ ਦੇ ਗ੍ਰਹਿ ਵਿਖੇ ਪੁੱਤਰ ਹੋਵੇਗਾ, ਪਰ ਉਹਦੀ ਅਰਬਲਾ 12 ਸਾਲ ਦੀ ਹੋਵੇਗੀ, ਫਿਰ ਉਹ ਮਰ ਜਾਵੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਵਕਤ ਕੁੰਜ ਰਿਖੀ ਜੀ ਆਖਦੇ ਹਨ ਕਿ ਮੇਰੇ ਗ੍ਰਹਿ ਵਿਖੇ, ਮੇਰੇ ਘਰ ਵਿਖੇ ਪੁੱਤਰ ਹੋਣਾ ਚਾਹੀਦਾ ਹੈ। ਉਹ ਹੋ ਕੇ ਫਿਰ ਭਾਵੇਂ ਮਰ ਜਾਵੇ, ਕੋਈ ਗੱਲ ਨਹੀਂ। ਪਰ ਸਾਧ ਸੰਗਤ ਹੁਣ ਕੀ ਸਮਾਂ ਪਾ ਕੇ ਗ੍ਰਹਿ ਵਿਖੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜੋ ਜਨਮ ਤੋਂ ਹੀ ਹੋਣਹਾਰ ਸੀ ਤੇ ਜਿਹਦੇ ਮੱਥੇ ਤੇ ਦਿਵਿਆ ਪ੍ਰਕਾਸ਼ ਸੀ। ਇਸ ਤਰ੍ਹਾਂ ਦਾ ਹੋਣਹਾਰ ਬਾਲਕ ਉਸ ਕੁੰਜ ਰਿਖੀ ਨੂੰ ਪ੍ਰਾਪਤ ਹੋਇਆ ਤੇ ਉਹਦਾ ਨਾਮ ਰਿਖੀ ਜੀ ਨੇ ਮਾਰਕੰਡਾ ਨਾਮ ਰੱਖਿਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵਕਤ ਇਹਦੀ ਆਰਵਲਾ 11 ਸਾਲ ਤੋਂ ਲੰਘੀ, 12 ਸਾਲ ਦੇ ਵਿੱਚ ਪ੍ਰਵੇਸ਼ ਕੀਤਾ, ਹੁਣ ਮਾਤਾ ਪਿਤਾ ਰੋਣ ਲੱਗ ਪਏ, ਰੋਦਨ ਕਰਨ ਲੱਗੇ ਕਿ ਸਾਡੇ ਕੋਲ ਹੁਣ ਪੁੱਤਰ ਖੁੱਸ ਜਾਵੇਗਾ। ਜਿਸ ਵਕਤ ਮਾਰਕੰਡਾ ਰਿਖੀ ਜੀ ਨੇ ਆਪਣੇ ਮਾਤਾ ਪਿਤਾ ਨੂੰ ਰੋਂਦਿਆਂ ਵੇਖਿਆ, ਕਹਿਣ ਲੱਗੇ ਪਿਤਾ ਜੀ ਕੀ ਗੱਲ ਹੈ, ਆਪ ਰੋ ਰਹੇ ਹੋ। ਕਹਿਣ ਲੱਗੇ ਪੁੱਤਰ ਤੇਰੀ ਆਰਵਲਾ ਬਿਲਕੁਲ ਥੋੜੀ ਰਹਿ ਗਈ ਹੈ। ਦੇਵਤਿਆਂ ਨੇ ਆਖਿਆ ਹੈ ਕਿ ਜਦੋਂ ਤੇਰੇ 12 ਸਾਲ ਪੂਰੇ ਹੋਣੇ ਹਨ ਉਸ ਵਕਤ ਤੇਰਾ ਅੰਤ ਹੋ ਜਾਣਾ ਹੈ। ਇਸ ਕਰਕੇ ਰੋਦਨ ਕਰ ਰਹੇ ਹਾਂ ਕਿ ਤੂੰ ਸਾਡੇ ਕੋਲ ਸਦਾ ਦੇ ਲਈ ਚਲਿਆ ਜਾਵੇਗਾ। ਸਾਧ ਸੰਗਤ ਉਸ ਵਕਤ ਮਾਰਕੰਡਾ ਰਿਖੀ ਜੀ ਨੇ ਬੇਨਤੀ ਕੀਤੀ ਕਿ ਪਿਤਾ ਜੀ ਕੀ ਕਰਨਾ ਚਾਹੀਦਾ ਹੈ। कोई ऐसा नियम है, कोई ऐसा ढंग, ऐसा तरीका, कोई युक्ति है जिस दे नाल मेरी उम्र वध जावे
ਤੇ ਸਾਧ ਸੰਗਤ ਸਕੁੰਜ ਰਿਖੀ ਜੀ ਨੇ ਆਖਿਆ ਕਿ ਹਾਂ ਇੱਕ ਤਰੀਕਾ ਹੈ, ਜੇਕਰ ਮਹਾਂਪੁਰਖਾਂ ਦੀ ਸ਼ਰਨ ਵਿੱਚ ਚਲਿਆ ਜਾਵੇ, ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਜਪੇ, ਤਾਂ ਜਿਹੜਾ ਇਹ ਰੋਗ ਹੈ ਮਿਰਤੂ ਦਾ, ਇਹ ਦੂਰ ਹੋ ਜਾਵੇਗਾ। ਇਸ ਤਰ੍ਹਾਂ ਦੇ ਨਾਲ ਪਿਤਾ ਜੀ ਆਖਦੇ ਹਨ, ਜਿਵੇਂ ਗੁਰੂ ਸਾਹਿਬ ਜਗਦੇ ਹਨ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਕਾ। ਕਿੰਨਾ ਮਰਜੀ ਵੱਡੇ ਤੋਂ ਵੱਡਾ ਵਿਆਧੀ ਰੋਗ ਹੋਵੇ, ਉਪਾਧੀ ਰੋਗ ਹੋਵੇ, ਉਹ ਸਾਧ ਸੰਗਤ ਨਾਮ ਜਪਣ ਦੇ ਨਾਲ ਚਲਾ ਜਾਇਆ ਕਰਦਾ। ਇਸ ਲਈ ਕਾਲ ਵੀ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਜਗਦੇ ਹਨ, ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਆਓ ਪ੍ਰੇਮ ਦੇ ਨਾਲ ਪੜੋ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਜੈ ਜੀ 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 ਇੱਕੋ ਨਾਮ ਵਾਹਿਗੁਰੂ ਦਾ। ਤੇਰੇ ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਸਾਰਿਆਂ ਰੋਗਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਸਾਧ ਸੰਗਤ ਆਪਣੇ ਪਿਤਾ ਜੀ ਤੋਂ ਸ਼ੁਭ ਵਚਨ ਸੁਣ ਕੇ ਕਿ ਨਾਰਾਇਣ ਦੀ ਬੰਦਗੀ ਕਰਨ ਤੇ, ਮਹਾਂਪੁਰਖਾਂ ਦਾ ਸੰਗ ਕਰਨ ਤੇ ਕਾਲ ਦੂਰ ਹੋ ਜਾਇਆ ਕਰਦਾ ਹੈ। ਐਸੇ ਸ਼ੁਭ ਵਚਨ ਸੁਣ ਕਰਕੇ ਮਨ ਦੇ ਅੰਦਰ ਬੈਰਾਗ ਉਤਪੰਨ ਹੋਇਆ ਤੇ ਯੋਗ ਦੇ ਕਮਾਉਣ ਵਾਸਤੇ ਆਪਣੇ ਘਰ ਤੋਂ ਤੁਰ ਪਿਆ। ਮਨ ਦੇ ਅੰਦਰ ਪੂਰਨ ਬੈਰਾਗ ਹੈ, ਸੰਤਾਂ ਨੂੰ ਮਿਲਣਾ ਹੈ। ਪਿਤਾ ਜੀ ਤੋਂ ਪੁੱਛਿਆ ਕਿ ਪਿਤਾ ਜੀ ਉਹ ਸੰਤ ਜਨ ਰਿਖੀਸ਼ਵਰ ਤਪੀਸ਼ਵਰ ਕਿੱਥੇ ਰਹਿੰਦੇ ਹਨ, ਮੈਨੂੰ ਕਿੱਥੇ ਪੂਰਨ ਸੰਤ ਮਿਲਣਗੇ। ਪਿਤਾ ਜੀ ਨੇ ਬਚਨ ਕੀਤਾ ਕਿ ਪੂਰਨ ਮਹਾਂਪੁਰਖ ਜੰਗਲ ਦੇ ਵਿੱਚ ਰਹਿ ਕੇ ਪਰਮੇਸ਼ਰ ਨੂੰ ਯਾਦ ਕਰਦੇ ਹਨ, ਦਿਨਾਂ ਰਾਤ ਪ੍ਰਭੂ ਦੇ ਪ੍ਰਾਣ ਰਹਿੰਦੇ ਹਨ, ਪਰਮੇਸ਼ਰ ਦਾ ਨਾਮ ਜਪਦੇ ਹਨ। ਜਾਂ ਜੰਗਲ ਵਿੱਚ ਚਲਿਆ ਜਾ ਤੇ ਪੂਰਨ ਮਹਾਂਪੁਰਖਾਂ ਨੂੰ ਮਿਲ, ਉਹ ਤੇਰਾ ਜੰਮਣ ਮਰਨ ਦਾ ਡਰ ਦੂਰ ਕਰ ਦੇਣਗੇ। ਕਿਉਂਕਿ ਗੁਰੂ ਸਾਹਿਬ ਜੀ ਸ਼੍ਰੀ ਸੋਹਣੀ ਸਾਹਿਬ ਅੰਦਰ ਫਰਮਾਨ ਕਰਦੇ ਹਨ ਕਿ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗ ਇਹ ਹਉਮੈ ਛੋੜੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ। ਜੇਕਰ ਕਿਸੇ ਨੂੰ ਜੰਮਣ ਮਰਨ ਤੋਂ ਡਰ ਲੱਗਦਾ ਹੋਵੇ ਤਾਂ ਪੂਰਨ ਮਹਾਂਪੁਰਖਾਂ ਦੀ ਸ਼ਰਣੀ ਜਾ ਪਵੇ। ਸਾਧ ਸੰਗਤ ਜੰਮਣ ਮਰਨ ਦਾ ਡਰ ਦੂਰ ਹੋ ਜਾਇਆ ਕਰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਾਰਕੰਡਾ ਜੀ ਆਪਣੇ ਘਰ ਤੋਂ ਚੱਲੇ ਨੇ ਪੂਰਨ ਮਹਾਂਪੁਰਖਾਂ ਦੀ ਭਾਲ ਵਿੱਚ। ਕਿੱਥੇ ਪੁੱਜੇ? ਜੰਗਲ ਦੇ ਵਿੱਚ। ਵੱਡੇ ਵੱਡੇ ਮਹਾਂਪੁਰਖ ਮਿਲੇ, ਸਭਨਾਂ ਨੂੰ ਨਮਨ ਕੀਤਾ, ਨਮਸਕਾਰ ਕੀਤੀ, ਦੋ ਹੱਥ ਜੋੜ ਕੇ ਪ੍ਰਣਾਮ ਕਰਦਾ ਹੈ ਤੇ ਹਰ ਕੋਈ ਸੰਤ ਆਸ਼ੀਰਵਾਦ ਦੇ ਕੇ ਅੱਗੇ ਨਿਕਲ ਜਾਂਦਾ ਹੈ। ਫਿਰਦਿਆਂ ਫਿਰਦਿਆਂ
ਮਾਰਕੰਡਾ ਰਿਸ਼ੀ ਜੀ ਨੂੰ ਇੱਕ ਪੂਰਨ ਮਹਾਂਪੁਰਖਾਂ ਦਾ ਮਿਲਾਪ ਹੋਇਆ, ਜਿਨ੍ਹਾਂ ਦਾ ਵਚਨ ਕਦੇ ਵੀ ਵਿਅਰਥਾ ਨਹੀਂ ਜਾਂਦਾ ਸੀ। ਜਿਸ ਤੋਂ ਪੂਰਨ ਮਹਾਂਪੁਰਖ ਮਿਲੇ, ਮਾਰਕੰਡਾ ਰਿਸ਼ੀ ਜੀ ਨੇ ਜੋ ਉਸ ਸਮੇਂ ਬਾਲਕ ਸੀ, ਦੋ ਹੱਥ ਜੋੜ ਕੇ ਮਹਾਂਪੁਰਖਾਂ ਨੂੰ ਨਮਨ ਕੀਤਾ, ਨਮਸਕਾਰ ਕੀਤੀ ਤੇ ਸੰਤਾਂ ਨੇ ਸਹਿਸਵਾ ਵਚਨ ਕੀਤਾ ਕਿ ਚਿਰੰਜੀਵੀ ਹੋਵੋ। ਜਿਸ ਵਕਤ ਇਹ ਚਿਰੰਜੀਵੀ ਹੋਣ ਦਾ ਵਰ ਦਿੱਤਾ, ਉਸ ਤੋਂ ਬਾਅਦ ਮਹਾਂਪੁਰਖਾਂ ਨੇ ਮਾਰਕੰਡਾ ਜੀ ਦੇ ਮੱਥੇ ਦੇ ਵੱਲ ਨਿਗਾਹ ਮਾਰੀ। ਕੀ ਵੇਖਿਆ ਕਿ ਉਹਦਾ ਕਾਲ ਤਾਂ ਨੇੜੇ ਆ ਚੁੱਕਿਆ ਸੀ, ਸਿਰਫ ਇੱਕ ਦਿਨ ਬਾਕੀ ਰਹਿੰਦਾ ਤੇ ਮਹਾਂਪੁਰਖ ਇਹ ਗੱਲ ਦੇਖ ਕੇ ਅਚਰਜ ਹੋਏ ਕਿ ਅਸੀਂ ਅੱਜ ਤੱਕ ਜੋ ਵੀ ਵਚਨ ਕੀਤਾ ਹੈ ਉਹ ਪੂਰਾ ਹੋਇਆ ਹੈ, ਪਰ ਇਹ ਲੜਕੇ ਨੂੰ, ਇਸ ਬਾਲਕੇ ਨੂੰ ਜੋ ਅੱਜ ਅਸੀਂ ਵਚਨ ਦਿੱਤਾ ਹੈ, ਇਹ ਸਾਡਾ ਵਚਨ ਅਨੱਥਾ ਚਲਿਆ ਜਾਵੇਗਾ, ਵਿਅਰਥ ਚਲਿਆ ਜਾਵੇਗਾ, ਕਿਉਂਕਿ ਇਹਦੀ ਆਰਬਲਾ ਖਤਮ ਹੋ ਚੁੱਕੀ ਹੈ ਤੇ ਅਸੀਂ ਇਸ ਨੂੰ ਆਖਿਆ ਹੈ ਕਿ ਚਿਰੰਜੀਵੀ ਹੋ, ਇਹਦਾ ਸਿਰਫ ਇੱਕ ਦਿਨ ਬਾਕੀ ਰਹਿੰਦਾ ਹੈ। ਤੇ ਸਾਧ ਸੰਗਤ, ਜੋ ਮੰਗੈ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਭਗਤ ਮੁਖੈ ਦੇ ਬੋਲਦੇ ਸੇ ਬਚਨ ਹੋਵੰਦੇ, ਪ੍ਰਗਟ ਬਹਾਰਾ ਜਾਪਦਾ ਸਭ ਲੋਕ ਸੁਣੰਦੇ। ਇਹ ਗੱਲ ਕੋ ਲੁਕੀ ਛਿਪੀ ਨਹੀਂ ਹੈ। ਗੁਰੂ ਸਾਹਿਬ ਆਖਦੇ ਨੇ ਕਿ ਸੰਸਾਰ ਦੇ ਵਿੱਚ ਪ੍ਰਗਟ ਹੈ। ਭਗਤਾਂ ਦਾ ਬੋਲ ਜਿਹੜਾ ਹੈ ਉਹ ਪੂਰਾ ਹੁੰਦਾ ਹੈ। ਜੋ ਬੋਲੇ ਪੂਰਾ ਸਤਿਗੁਰੂ, ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮੈਂ, ਘਟ ਘਟ ਮੁਖ ਬਣਿਆ। ਆਓ ਪ੍ਰੇਮ ਦੇ ਨਾਲ ਪੜੋ। ਜੋ ਬੋਲੇ ਪੂਰਾ ਸਤਿਗੁਰੂ, 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 ਜੋ ਬੋਲੇ ਸੋ ਪਰਮੇਸ਼ਰ ਸੁਣਿਆ, ਜੋ ਬੋਲੇ ਪੂਰਾ ਸਤਿਗੁਰੂ, ਜੋ ਬੋਲੇ ਪੂਰਾ ਸਤਿਗੁਰੂ, ਸੋ ਪਰਮੇਸ਼ਰ ਸੁਣਿਆ, ਜੋ ਬੋਲੇ ਪੂਰਾ ਸਤਿਗੁਰੂ, ਜੋ ਬੋਲੇ ਪੂਰਾ ਸਤਿਗੁਰੂ, ਸੰਗਤ ਗੁਰੂ ਸਾਹਿਬ ਜੀ ਮਾਰੂ ਰਾਗ ਅੰਦਰ ਫਰਮਾਨ ਕਰਦੇ ਹਨ, ਮਾਈ ਸਤ 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 ਹਰ, ਸਤ 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 ਸਾਧਾ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਸ਼ੀਕ ਗਾਂਠਰੀ ਵਾਂਦਾ। ਅੰਡ ਬਨਾਸੀ ਜੇਰ ਬਨਾਸੀ, ਸਾਧਕ ਵੀ ਬੇਨਾਦਾ, ਰਾਜ ਬਨਾਸੀ ਤਾਮ ਬਨਾਸੀ, ਇੱਕ ਸਾਧ ਵਚਨ ਅਟਲਾ ਦਾ। ਯਾਨੀ ਚਾਰ ਪ੍ਰਕਾਰ ਦੀ ਖਾਣੀ ਖਤਮ ਹੋ ਜਾਵੇਗੀ, ਪਰ ਮਹਾਂਪੁਰਖਾਂ ਦਾ ਵਾਕ ਹਮੇਸ਼ਾ ਦੇ ਲਈ ਅਟਲ ਰਹੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਂਪੁਰਖਾਂ ਨੇ ਆਖਿਆ ਚਿਰੰਜੀਵੀ ਹੋਵੋ, ਚਿਰੰਜੀਵੀ ਹੋਣ ਦਾ ਵਰ ਦਿੱਤਾ। ਬਾਅਦ ਵਿੱਚ ਮੱਥੇ ਦੇ ਵੱਲ ਲਲਾੜ ਤੇ ਨਿਗਾਹ ਮਾਰੀ, ਵੇਖਿਆ ਕਿ ਇੱਕ ਦਿਨ ਬਾਕੀ ਰਹਿੰਦਾ ਹੈ। 605 ਵਿੱਚ ਪਏ ਤੇ ਸਾਧ ਸੰਗਤ ਸੰਤਾਂ ਨੇ ਆਖਿਆ ਕਿ ਬਈ ਅੱਜ ਤੱਕ ਜੋ ਅਸੀਂ ਵਚਨ ਕੀਤਾ ਹੈ ਉਹ ਕਦੇ ਵੀ ਵਿਅਰਥ ਨਹੀਂ ਗਿਆ। ਇਸ ਲਈ ਹੁਣ ਤੂੰ ਪਰਮੇਸ਼ਰ ਦੇ ਪ੍ਰਾਇਣ ਹੋ ਜਾ, ਭਗਵਾਨ ਨਾਰਾਇਣ ਦੀ ਬੰਦਗੀ ਕਰ, ਪ੍ਰਭੂ ਨੂੰ ਯਾਦ ਕਰ। ਉਸ ਵਕਤ ਮਾਰਕੰਡਾ ਰਿਸ਼ੀ ਜੀ ਬੈਠ ਗਏ, ਆਸਣ ਲਗਾਇਆ, ਚੌਂਕੜਾ ਮਾਰ ਕੇ ਸਮਾਧੀ ਮੂੰਦ ਹੋ ਕੇ ਹੁਣ ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ ਵਿੱਚ ਕਰਦੇ ਹਨ ਤੇ ਓਮ ਨਮੋ ਭਗਵਤੇ ਵਾਸੁਦੇਵਾ ਦਾ ਜਾਪ ਆਪਣੇ ਹਿਰਦੇ ਵਿੱਚ ਦਿਨਾਂ ਰਾਤ ਕਰ ਰਹੇ ਹਨ।
ਹਉ ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਆਵ ਤਿਆਗ ਸਰਣੀ ਪਵਾ ਮੁਖ ਬੋਲੀ, ਮਿਠੜੇ ਬਹਿਣ। ਜਨਮ ਜਨਮ ਕਾ ਵਿਛੜਿਆ, ਹਰ ਮੇਲੋ ਸੱਜਣ ਸੈਣ। ਜੋ ਜੀ ਹਰ ਤੇ ਵਿਛੜੈ, ਸੇ ਸੁਖ ਨਾ ਬਸਣ ਪੈਣ। ਤੇ ਸਾਧ ਸੰਗਤ ਹੁਣ ਨਾਮ ਜਪਣ ਲੱਗਿਆ। ਕਿੰਨਾ ਚਿਰ ਨਾਮ ਜਪਿਆ ਕਿ 6 ਮਨਵੱਤਰ ਬੀਤ ਗਏ। ਨਾਮ ਜਪਦੇ ਨੂੰ ਏਡੀ ਵੱਡੀ ਕਠਿਨ ਸਾਧਨਾ ਕੀਤੀ। ਬਰਸਾਤ ਆਵੇ ਜਾਂ ਗਰਮੀਆਂ ਦੇ ਦਿਨ ਹੋਣ, ਸਿਆਲ ਦੇ ਦਿਨ ਹੋਣ, ਕੁਟੀਆ ਵਿੱਚ ਨਹੀਂ ਰਿਹਾ ਰੱਬ ਦਾ ਪਿਆਰਾ। ਕਿੱਥੇ ਰਹਿੰਦਾ ਸੀ? ਬਾਹਰ ਬਰੇਤੀ ਵਿੱਚ ਬਹਿੰਦਾ। ਜਿਸ ਵਕਤ ਗਰਮੀਆਂ ਦੇ ਦਿਨ ਆਉਂਦੇ ਨੇ, ਧੁੱਪ ਪੈਂਦੀ, ਸੂਰਜ ਤਪਦਾ ਹੈ, ਧਰਤੀ ਸੜਦੀ, ਉਸ ਵਕਤ ਸਿਰਫ ਇੱਕ ਅੱਖਾਂ ਦਾ ਪੂਲਾ ਛੋਟਾ ਜਿਹਾ ਆਪਣੇ ਸਿਰ ਤੇ ਰੱਖ ਲੈਂਦੇ। ਬਰਸਾਤ ਆਉਂਦੀ ਤੇ ਉਹਨਾਂ ਤ੍ਰਿਣਾਂ ਦੇ ਥੱਲੇ ਆਪਣੀ ਜ਼ਿੰਦਗੀ ਪਰਮੇਸ਼ਰ ਦੇ ਨਾਮਤ ਬਤੀਤ ਕਰਦੇ। ਇਸ ਤਰ੍ਹਾਂ ਦੇ ਨਾਲ 4 ਯੁੱਗ ਜਿਹੜੀ ਆਰਜ਼ਾ ਹੋਈ। ਮਾਰ ਕੰਡੇ ਨੇ ਤਪੱਸਿਆ ਮਾਰ ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਮਾਰ ਕੰਡੇ ਨੇ ਤਪੱਸਿਆ ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਮਾਰ ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਪਿਆਰੇ ਜੀ ਉਤੇ ਬਹਿ ਕੇ ਨਾਮ ਜਪਿਆ। ਪਿਆਰੇ ਜੀ ਉਤੇ ਬਹਿ ਕੇ ਨਾਮ ਜਪਿਆ। ਪਿਆਰੇ ਜੀ ਨਾਮ ਜਪਿਆ। ਪਿਆਰੇ ਜੀ ਪਿਆਰੇ ਜੀ ਉਤੇ ਬਹਿ ਕੇ ਨਾਮ ਜਪਿਆ। ਪਿਆਰੇ ਜੀ ਉਤੇ ਬਹਿ ਕੇ ਨਾਮ ਜਪਿਆ। ਪਿਆਰੇ ਜੀ ਮਾਰ ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਮਾਰ ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਕਰਨ ਤਪੱਸਿਆ ਬਾਣ ਵੇਚੇ, ਬਹੁਤ ਗੁਜ਼ਾਰਨ ਪਿੰਨੀ ਸਾਗੇ। ਲੱਖ ਵਰਿਆਂ ਦੀ ਅਰਜ਼ਾ, ਕੱਚੇ ਕੋਟ ਨਾ ਮੰਦਰ ਸਾਜੇ। ਬੇਕੁੱਤੇ ਬਹਿ ਕੇ ਨਾਮ ਜਪਿਆ। ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। 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 ਮਾਰ ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਕੰਡੇ ਨੇ ਤਪੱਸਿਆ ਕੀਤੀ, ਉਤੇ ਬਹਿ ਕੇ ਨਾਮ ਜਪਿਆ। ਸਾਧ ਸੰਗਤ ਕਿਸ ਤਰ੍ਹਾਂ ਨਾਮ ਜਪਿਆ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 12 ਦੇ ਅੰਦਰ ਫਰਮਾਨ ਕਰਦੇ ਹਨ। ਪਹਿਲੀ ਵਾਰ ਦੀ 5ਵੀਂ ਪੌੜੀ ਅੰਦਰ ਫਰਮਾਨ ਕਰਦੇ ਹਨ, 12 ਦੇ ਅੰਦਰ ਫਰਮਾਨ ਕਰਦੇ ਹਨ। 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 12 ਦੇ ਅੰ
कि ਕਰਨ ਤਪੱਸਿਆ ਬਾਣ ਵਿੱਚ ਵਕਤ ਗੁਜ਼ਾਰਨ ਪਿੰਨੀ ਸਾਗੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ। ਫਿਰ ਲੱਖ ਲੱਖ ਵਰਿਆਂ ਦੀ ਆਰਜਾ ਕੱਚੇ ਕੋਟ ਨਾ ਮੰਦਰ ਸਾਜੇ, ਨਾ ਕੋਈ ਕੱਚਾ ਕੋਠਾ ਬਣਾਇਆ, ਨਾ ਕੋਈ ਕਿਲਾ ਬਣਾਇਆ ਤੇ ਨਾ ਕੋਈ ਮਹਿਲ ਮਾੜੀ ਬਣਾਈ। ਯਾਨੀ ਐਡੀ ਵੱਡੀ ਆਰਬਲਾ ਵਾਲੇ ਪੁਰਸ਼ ਜਿਨ੍ਹਾਂ ਨੇ ਧੁੱਪਾ ਬੈਠ ਕੇ ਨਾਮ ਜਪਿਆ ਹੈ, ਸਾਧ ਸੰਗਤ ਐਡੀ ਵੱਡੀ ਕਠਿਨ ਕਮਾਈ ਕੀਤੀ ਹੈ। ਕਲਯੁਗੀ ਜੀਵਾਂ ਦੀ ਸਿਰਫ 50-60 ਸਾਲ ਦੀ ਆਰਬਲਾ ਹੋਇਆ ਕਰਦੀ ਹੈ, ਪਰ ਫਿਰ ਵੀ ਇਹ ਸਾਰੀ ਜ਼ਿੰਦਗੀ ਮਹਿਲ ਮਾੜੀਆਂ ਉਸਾਰਨ ਦੇ ਵਿੱਚ ਹੀ ਗੁਜ਼ਾਰ ਦਿੰਦੇ ਹਨ। ਨਾਮ ਨਹੀਂ ਜਪਦੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਸਾਧ ਸੰਗਤ ਅੰਤ ਨੂੰ ਉਹ ਛੱਡ ਕੇ ਚਲੇ ਜਾਂਦੇ ਹਨ, ਇੱਥੇ ਰਹਿ ਜਾਂਦੇ ਹਨ। ਮਹਿਲ ਮਾੜੀਆਂ ਜਿਨੇ ਪੱਕੇ ਮੰਦਰ ਬਣਾਏ ਹੁੰਦੇ ਹਨ, ਪਰ ਧੰਨ ਹਨ ਮਾਰਕੰਡਾ ਜੀ ਹੋਰ ਈਸ਼ਵਰ ਜਿਨ੍ਹਾਂ ਨੇ ਐਡੀ ਵੱਡੀ ਆਰਬਲਾ ਹੁੰਦਿਆਂ ਹੋਇਆਂ ਵੀ ਆਪਣੇ ਰਹਿਣ ਵਾਸਤੇ ਕੁਛ ਨਾ ਬਣਾਇਆ ਤੇ ਕੱਖਾਂ ਦੇ ਪੂਲੇ ਥੱਲੇ ਆਪਣਾ ਸਾਰਾ ਜੀਵਨ ਬਤੀਤ ਕਰ ਦਿੱਤਾ। ਜਿਸ ਵਕਤ ਬ੍ਰਹਮਾ ਜੀ ਦੇ 6 ਮਨਵੰਤਰ ਬਤੀਤ ਹੋਏ ਤੇ ਸਾਧ ਸੰਗਤ ਇੰਦਰ ਦਾ ਆਸਣ ਅੰਦੋਲਨ ਲੱਗਿਆ ਤੇ ਇੰਦਰ ਨੇ ਤਪ ਭੰਗ ਕਰਨ ਵਾਸਤੇ ਪਸ਼ਰਾ ਨੂੰ ਭੇਜਿਆ, ਜੋ ਨਾਚ ਗਾਇਨ ਕਰਦੀ ਹੋਈ ਆਪਣੇ ਮਾਰਕੰਡਾ ਰਿਸ਼ੀ ਜੀ ਦੇ ਸਾਹਮਣੇ ਆਈ। ਪਰ ਉਹਦੇ ਰਿਸ਼ੀ ਜੀ ਗੰਭੀਰ ਅਵਸਥਾ ਦੇ ਵਿੱਚ ਸਮਾਧੀ ਮੁੰਦ ਬੈਠੇ ਸਨ। ਰਤਾ ਜਿੰਨਾ ਵੀ ਉਹਨਾਂ ਤੇ ਉਸ ਪਸ਼ਰਾ ਦਾ ਅਸਰ ਨਾ ਹੋਇਆ। ਫਿਰ ਬਸੰਤ ਰੁੱਤ ਨੂੰ ਭੇਜਿਆ, ਕਾਮਦੇਵ ਨੂੰ ਭੇਜਿਆ, ਯਾਨੀ ਬੜੇ ਯਤਨ ਕੀਤੇ ਤਪੱਸਿਆ ਨੂੰ ਭੰਗ ਕਰਨ ਦੇ, ਪਰ ਭੰਗ ਨਾ ਹੋਈ। ਅੰਤ ਭਗਵਾਨ ਨਾਰਾਇਣ ਜੀ ਗਰੁੜ ਤੇ ਸਵਾਰ ਹੋ ਕੇ ਚਤੁਰਭੁਜ ਸਾਖਿਆਤਕਾਰ ਬਾਨਮਾਲਾ ਬੇਵੂਖਣ ਕਵਲ ਨੈਣ ਸੁੰਦਰ ਕੁੰਡਲ ਮੁਕਟ ਵੈਣ ਸੰਖ ਚੱਕਰ ਗਦਾ ਹੈ ਤਾਰੀ ਮਹਾਸਾਰਥੀ ਸਤ ਸੰਗਾ। ਭਗਵਾਨ ਨਾਰਾਇਣ ਸਾਹਮਣੇ ਪ੍ਰਗਟ ਹੋਏ, ਕਹਿਣ ਲਗੇ ਮੰਗ ਕੀ ਚਾਹੀਦਾ ਹੈ। ਰਿੱਧੀ ਕੈ ਸਿੱਧੀ ਕੈ ਮੁਕਤੀ ਕੈ ਦੇਹੂੰ ਕੈ ਦਾਮ ਜੋ ਤੁਝੇ ਸੁਹਾਏ। ਕੀ ਦੇਵਾਂ? ਰਿੱਧੀ ਦੇਵਾਂ, ਸਿੱਧੀ ਦੇਵਾਂ ਕੈ ਮੁਕਤੀ ਦੇਵਾਂ ਕੈ ਉਹ ਚੀਜ਼ ਦੇਵਾਂ ਜਿਹੜੀ ਤੂੰ ਮੰਗੇ। ਮੰਗ ਕੀ ਚਾਹੀਦਾ ਹੈ? ਤੇ ਸਾਧ ਸੰਗਤ ਕੀ ਮੰਗਿਆ? ਕਹਿਣ ਲਗੇ ਭਗਵਾਨ ਤਰੁੱਠੇ ਹੋ ਤਾਂ ਮੇਰੀ ਬਹੁਤ ਵੱਡੀ ਆਰਬਲਾ ਹੋ ਜਾਵੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਯਾਨੀ ਮੇਰੀ ਬਹੁਤ ਵੱਡੀ ਉਮਰਾ ਹੋਵੇ, ਇਹ ਵਰ ਭਗਵਾਨ ਦੇ ਕੋਲੋਂ ਮੰਗਿਆ। ਤੇ ਭਗਵਾਨ ਨੇ ਵਚਨ ਕੀਤਾ ਕਿ ਹੇ ਤਪੀਸਵਰ, ਆਪ ਨੇ ਤਪ ਕਰਕੇ ਮੈਨੂੰ ਖੁਸ਼ ਕੀਤਾ ਹੈ, ਇਸ ਕਰਕੇ ਮੈਂ ਆਪ ਨੂੰ ਵਰ ਦੇਣਾ ਹਾਂ ਕਿ ਆਪ ਦੀ ਇੱਕ ਕਲਬ ਤੱਕ ਆਰਬਲਾ ਹੋਵੇਗੀ। ਸਾਧ ਸੰਗਤ ਇਹ ਭਗਵਾਨ ਵਿਸ਼ਨੂੰ ਜੀ ਨੇ ਵਰ ਦਿੱਤਾ ਇਸ ਤਰ੍ਹਾਂ ਦੇ ਨਾਲ। ਉਹ ਮਾਰੂ ਕੰਡੇ ਨੇ ਤਪੱਸਿਆ ਚਾਰ ਜੁਗ ਹੋਈ ਯਾਰ ਜਾਨ ਕੰਡੇ ਮੈਂ ਤਪੱਸਿਆ ਚਾਰ ਜੁਗ ਹੋਈ ਯਾਰ ਜਾਨ ਕੰਡੇ ਮੈਂ ਤਪੱਸਿਆ ਚਾਰ ਜੁਗ ਹੋਈ ਯਾਰ ਜਾਨ ਕੰਡੇ ਮੈਂ ਤਪੱਸਿਆ ਚਾਰ ਜੁਗ ਹੋਈ ਯਾਰ ਚਾਰ ਜੁਗ ਜੀ ਹੋਈ ਯਾਰ ਜਾਨ 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 ਕੰਡੇ ਨੇ ਤਪੱਸਿਆ ਚਾਰ ਜੁਗ ਹੋਈ ਯਾਰ ਜਾਨ ਕੰਡੇ ਨੇ ਤਪੱਸਿਆ ਚਾਰ ਜੁਗ ਹੋਈ ਯਾਰ ਜਾਨ ਗਹਿਰੀ ਕਰਕੇ ਨੀਮ ਖੁਦਾਈ ਪੁਰ
चार जुग की हुई आरजा, चार जुग की हुई आरजा, चार जुग की हुई आरजा, चार जुग की हुई आरजा। चार कंडे नंद बसिया की चार जुग हुई आरजा, कंडे नंद बसिया की चार जुग हुई आरजा। संग भगवान नारायण जी ने वर दिता कि हे तपीश्वर आप दी एक कल्प तक अरबला होवेगी। एक कल्प किस नूं कहंदे हन